ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 479 ਤੋਂ ਲੈ ਕੇ 481 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਭਗਤ ਕਬੀਰ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਇਹ ਰਖਵਾਦ ਨ ਕੀਜੈ ਰੇ ਮਨ, ਸੁਕਿਰਤ ਕਰ ਕਰ ਲੀਜੈ ਰੇ ਮਨ। ਰਹਾਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਨੇ ਕਿ ਪਰਮੇਸ਼ਰ ਵੱਲੋਂ ਹੈ ਕਿ ਕਿਸੇ ਨੂੰ ਸੋਹਣੇ ਰੇਸ਼ਮੀ ਕੱਪੜੇ ਨਿਵਾਰੀ ਪਲੰਘ ਮਿਲੇ ਨੇ ਸੌਣ ਲਈ, ਅਤੇ ਕਿਸੇ ਨੂੰ ਕਹਿੰਦੇ ਵੀ ਗਲੀ ਹੋਈ ਜੁੱਲੀ ਵੀ ਨਹੀਂ ਮਿਲੀ ਹੈਗੀ, ਅਤੇ ਬਿਸਤਰੇ ਦੀ ਜਗ੍ਹਾ 'ਤੇ ਜਿਵੇਂ ਪਰਾਲੀਆਂ 'ਤੇ ਸੌਂਦੇ ਨੇ। ਕਹਿੰਦੇ ਹੇ ਮੇਰੇ ਮਨ, ਕੋਈ ਈਰਖਾ ਅਤੇ ਝਗੜੇ ਨਾ ਕਰ, ਪਰਮੇਸ਼ਰ ਦਾ ਨਾਮ ਜਪ, ਚੰਗੇ ਕਰਮ ਕਰਕੇ ਤੂੰ ਵੀ ਸੁੱਖ ਮਾਣ ਲਏਗਾ। ਕੁਮਾਰੈ ਏਕ ਜੋ ਮਾਟੀ ਗੂੰਦੀ, ਬਹੁ ਬਿਦ ਬਾਣੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਬਿਆਦ ਲਗਾਈ। ਕਹਿੰਦੇ ਇਹ ਤਾਂ ਇਸ ਤਰ੍ਹਾਂ ਹੈਗਾ ਜਿਵੇਂ ਘੁਮਿਆਰ ਨੇ ਮਿੱਟੀ ਤੋਂ ਅਲੱਗ-ਅਲੱਗ ਰੰਗਾਂ ਦੇ ਭਾਂਤਾਂ ਦੇ ਭਾਂਡੇ ਬਣਾਏ ਹੁੰਦੇ ਨੇ। ਫਿਰ ਕਹਿੰਦੇ ਜਦੋਂ ਉਹ ਭਾਂਡੇ ਅਲੱਗ-ਅਲੱਗ ਜਗ੍ਹਾ 'ਤੇ ਚਲੇ ਜਾਂਦੇ ਨੇ, ਕੋਈ ਤਾਂ ਉਹਨਾਂ ਭਾਂਡਿਆਂ ਵਿੱਚ ਮੋਤੀ ਰੱਖਦਾ, ਮੋਤੀਆਂ ਦੇ ਹਾਰ ਪਾਉਂਦਾ, ਕੋਈ ਕਹਿੰਦੇ ਉਹਦੇ ਵਿੱਚ ਜਿਵੇਂ ਸ਼ਰਾਬ ਵਰਗੇ ਮਾੜੇ ਪਦਾਰਥ ਪਾਉਂਦਾ ਹੈ ਨਾ। ਵੀ ਇਸ ਤਰ੍ਹਾਂ ਹੀ ਜੀਵ ਨੇ ਜਿਵੇਂ ਪਰਮੇਸ਼ਰ ਦੇ ਬਣਾਏ ਹੋਏ, ਅਲੱਗ-ਅਲੱਗ ਰੰਗਾਂ ਦੇ ਨੇ, ਅਲੱਗ-ਅਲੱਗ ਉਹਨਾਂ ਦੀ ਕਿਸਮਾਂ ਨੇ, ਅਲੱਗ-ਅਲੱਗ ਉਹਨਾਂ ਦੇ ਕਰਮ ਨੇ। ਸੂਮੇ ਧਨ ਰਾਖਨ ਕੋ ਦੀਆ, ਮੁਗਧ ਕਹੇ ਤਨ ਮੇਰਾ, ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਵੇਰਾ। ਕਹਿੰਦੇ ਜਿਹੜਾ ਸੂਮ ਹੁੰਦਾ ਨਾ, ਕਿਉਂਕਿ ਉਹ ਧਨ ਖਰਚਦਾ ਨਹੀਂ ਗਾ, ਕਹਿੰਦੇ ਉਹਨੂੰ ਤਾਂ ਮੰਨੋ ਇਸ ਤਰ੍ਹਾਂ ਵੀ ਜਿਵੇਂ ਪਰਮੇਸ਼ਰ ਨੇ ਧਨ ਇਕੱਠਾ ਕਰਨ ਦਾ ਉਹਦੇ ਕੰਮ ਲਾਇਆ ਹੁੰਦਾ ਜੁਮਾ ਨਾ। ਫਿਰ ਕਹਿੰਦੇ ਧਨ ਨੂੰ ਕਹਿੰਦੇ ਲੋਕ ਮੇਰੀ ਮੇਰੀ ਕਰਦੇ ਨੇ, ਜਦੋਂ ਕਹਿੰਦੇ ਜੰਮ ਦਾ ਡੰਡਾ ਪੈਂਦਾ ਸਿਰ 'ਤੇ, ਮੌਤ ਆ ਜਾਂਦੀ ਆ, ਫਿਰ ਮਿੰਟਾਂ 'ਚ ਹੀ ਕਹਿੰਦੇ ਨਵੇੜਾ ਹੋ ਜਾਂਦਾ ਵੀ ਇਹ ਧਨ ਦਾ ਕਿਸੇ ਦਾ ਨਹੀਂ, ਇੱਥੇ ਹੀ ਰਹਿ ਜਾਣਾ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਹੋ ਪਾਈ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਜੋ ਤਿਸ ਭਾਵੈ ਸਤ ਕਰ ਮਾਨੈ, ਪਾਣਾ ਮਨ ਵਸਾਈ। ਕਹਿੰਦੇ ਉਸ ਪਰਮੇਸ਼ਰ ਦਾ ਜਿਹੜਾ ਭਗਤ ਆ ਉਹ ਹਮੇਸ਼ਾ ਉੱਤਮ ਸਵਦਾਉਂਦਾ, ਕਹਿੰਦੇ ਉਹਦੀ ਕਹਿੰਦੇ ਸੋਭਾ ਹੁੰਦੀ ਆ ਅਤੇ ਉਹਦੇ ਮਨ 'ਚ ਸੁੱਖ ਬਣਿਆ ਰਹਿੰਦਾ। ਕਿਉਂ? ਕਹਿੰਦੇ ਉਹ ਹਮੇਸ਼ਾ ਜਿਹੜਾ ਪਰਮੇਸ਼ਰ ਦਾ ਭਾਣਾ ਉਹਨੂੰ ਸਤ ਕਰਕੇ ਮੰਨਦਾ। ਦੁੱਖ ਆਵੇ ਸੁੱਖ ਆਵੇ, ਉਹ ਹਰ ਇੱਕ ਜੋ ਵੀ ਰੰਗ ਪਰਮੇਸ਼ਰ ਉਹਨੂੰ ਦਿੰਦਾ ਉਹਦੇ ਵਿੱਚ ਪਰਮੇਸ਼ਰ ਦੀ ਰਜ਼ਾ ਵਿੱਚ ਖੁਸ਼ ਰਹਿੰਦਾ ਹੈ। ਉਹਦੇ ਪਰਮੇਸ਼ਰ ਦੀ ਰਜ਼ਾ ਵਿੱਚ ਜੋ ਖੁਸ਼ ਰਹਿੰਦਾ ਉਹਦੇ ਵਿੱਚ ਹੀ ਉਹਨੂੰ ਸੁੱਖ ਮਿਲਦਾ ਆਗਿਆ ਮੰਨਣ 'ਚ। ਕਹੇ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ, ਚਿਰਗਟ ਫਾਰ ਚਟਾਰਾ ਲੈ ਗਿਓ, ਤਰੀ ਤਾਗਰੀ ਛੂਟੀ। ਕਬੀਰ ਜੀ ਕਹਿੰਦੇ ਨੇ ਹੇ ਜੀਵ, ਜਿਹੜੀ ਇਹ ਸੰਸਾਰ ਵਿੱਚ ਮੇਰੀ ਮੇਰੀ ਲੱਗੀ ਰਹਿੰਦੀ ਹੈ ਨਾ ਜੀਵ ਨੂੰ, ਇਹ ਸਭ ਕੁਛ ਝੂਠਾ, ਕਹਿੰਦੇ ਇੱਥੇ ਹੀ ਰਹਿ ਜਾਣਾ। ਜਿਵੇਂ ਕਹਿੰਦੇ ਪਿੰਜਰੇ ਵਿੱਚ ਕੋਈ ਨਾ ਫੜ ਕੇ ਲੈ ਜੇ ਕੱਢ ਕੇ ਪੰਛੀ ਨੂੰ, ਤਾਂ ਪੰਛੀ ਦੀ ਜਿਹੜੀ ਹੁੰਦੀ ਹੈ ਕੂਜੀ ਠੂਠੀ ਉੱਥੇ ਹੀ ਰਹਿ ਜਾਂਦੀ ਆ। ਇਵੇਂ ਜੀਵ ਦਾ ਸਭ ਕੁਛ ਇੱਥੇ ਰਹਿ ਜਾਂਦਾ, ਪਰ ਜੀਵ ਮੇਰੀ ਮੇਰੀ ਕਰਨ ਤੋਂ ਨਹੀਂ ਹਟਦਾ। ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਪਾਵੈ। ਅੱਲਾ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫੁਰਮਾਵੈ। ਕਾਜੀ ਬੋਲਿਆ ਬਨ ਨਹੀਂ ਆਵੈ। ਰਹਾਓ। ਕਹਿੰਦੇ ਹੇ ਕਾਜੀ, ਅਸੀਂ ਤਾਂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਬੰਦੇ ਹਾਂ। ਕਹਿੰਦੇ ਤੇਰੇ ਮਨ ਨੂੰ ਹਕੂਮਤ ਕਰਨੀ ਚੰਗੀ ਲੱਗਦੀ ਆ। ਕਹਿੰਦੇ ਉਹ ਪਰਮੇਸ਼ਰ ਜੋ ਸਭ ਤੋਂ ਵੱਡਾ ਮਾਲਕ ਹੈ, ਕਹਿੰਦੇ ਉਹਨੂੰ ਚੰਗਾ ਨਹੀਂ ਲੱਗਦਾ ਜਦੋਂ ਕਹਿੰਦੇ ਉਹਦੀ ਪਰਜਾ ਦੇ ਉੱਪਰ ਧੱਕਾ ਕੀਤਾ ਜਾਂਦਾ। ਕਹਿੰਦੇ ਕਾਜੀ ਤੇਰੇ ਬੋਲਿਆ ਹੋਇਆ
ਫੱਬਦਾ ਨਹੀਂ ਹੈ ਜੋ ਕਹਿੰਦੇ ਤੂੰ ਹਕੂਮਤਾਂ ਚਲਾਉਣਾ, ਕਿਉਂਕਿ ਪਰਮੇਸ਼ਰ ਨੇ ਧੱਕੇ ਕਰਨ ਦੀ ਆਗਿਆ ਨਹੀਂ ਦਿੱਤੀ ਹੈ। ਰੋਜ਼ਾ ਧਰੈ ਨਿਵਾਜ ਗੁਜ਼ਾਰੈ, ਕਲਮਾ ਪਿਸਤ ਨ ਹੋਈ। 70 ਕਾਬਾ ਘਟ ਹੀ ਪੀਤਰ, ਜੇ ਕਰ ਜਾਣੈ ਕੋਈ। ਕਹਿੰਦੇ ਤੂੰ ਰੋਜ਼ੇ ਰੱਖਦਾ, ਨਮਾਜ਼ਾਂ ਪੜ੍ਹਦਾ, ਕਲਮਾਂ ਵੀ ਆਖਦਾ, ਕਹਿੰਦੇ ਇਹਨਾਂ ਦੇ ਨਾਲ ਸਵਰਗ ਨਹੀਂ ਮਿਲਦਾ ਹੈਗੇ। ਕਹਿੰਦੇ ਸਵਰਗ ਤਾਂ ਉਹਨੂੰ ਮਿਲਦਾ ਜੋ ਦੇਖੇ, ਸਵਰਗ ਅੰਦਰ ਹੀ ਆ, ਕਹਿੰਦੇ ਦਿਲ ਨੂੰ ਖੋਜ, ਤੇਰੇ ਅੰਦਰ ਹੀ ਸਵਰਗ ਆ। ਕਹਿੰਦੇ ਜੇ ਤੂੰ ਉਹਦਾ ਨਾਮ ਜਪੇ, ਕਹਿੰਦੇ ਸਾਰਿਆਂ ਨਾਲ ਦਇਆ ਕਰੇ। ਕਹਿੰਦੇ ਨਿਵਾਜ ਸੋਈ ਜੋ ਨਿਆਉ ਵਿਚਾਰੈ, ਕਲਮਾ ਅਕਲੈ ਜਾਣੈ। ਪਾਚੋ ਮੁਸਲਾ ਵਿਛਾਵੈ, ਤਬ ਤੋ ਦੀਨ ਪਛਾਨੈ। ਕਹਿੰਦੇ ਜੇ ਤੂੰ ਨਿਆਂ ਦਾ ਕੰਮ ਕਰੇ, ਇਹੀ ਤੇਰੀ ਨਿਵਾਜ ਆ। ਜੇ ਆਪਣੀ ਅਕਲ ਦੇ ਨਾਲ ਉਸ ਪਰਮੇਸ਼ਰ ਦਾ ਨਾਮ ਜਪੇ, ਇਹੀ ਤੇਰਾ ਕਲਮਾ ਪੜ੍ਹਨਾ ਹੋ ਗਿਆ। ਉਹਨੂੰ ਬੁੱਝੇ, ਕਹਿੰਦੇ ਪਰਮੇਸ਼ਰ ਦੀ ਅਸਲੀਅਤ ਨੂੰ। ਜੇ ਕਹਿੰਦੇ ਤੂੰ ਆਪਣੇ ਪੰਜੇ ਕਾਮਾਦਿਕ ਵੈਰੀ ਮਾਰ ਲਵੇਂ, ਇਹ ਕਹਿੰਦੇ ਮੁਸੱਲਾ ਵਿਛਾਉਣਾ। ਮੁਸਲਮਾਨ ਵੀਰ ਮੁਸੱਲਾ ਵਿਛਾ ਕੇ ਨਮਾਜ਼ ਪੜ੍ਹਦੇ ਨੇ, ਕਹਿੰਦੇ ਇਹੀ ਫਿਰ ਤੇਰਾ ਮੁਸੱਲਾ ਵਿਛਾਉਣਾ। ਜੇ ਤੂੰ ਆਪਣੇ ਪੰਜੇ ਕਾਮਾਦਿਕ ਵੈਰੀ ਮਾਰ ਲਵੇਂ, ਤੇ ਫਿਰ ਕਹਿੰਦੇ ਆਪਣੇ ਅਸਲੀ ਧਰਮ ਨੂੰ ਪਛਾਣ ਲਏਗਾ। ਖਸਮ ਪਛਾਣ ਤਰਸ ਕਰ ਜੀ ਮਹਿ, ਮਾਰ ਮਣੀ ਕਰ ਫੀਕੀ। ਆਪ ਜਨਾਏ ਅਵਰ ਕੋ ਜਾਣੈ, ਤਬ ਹੋਏ ਪਿਸਤ ਸਰੀਕੀ। ਕਹਿੰਦੇ ਜੇ ਤੂੰ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਦੇ ਜੀਆਂ ਦੇ ਉੱਪਰ ਤਰਸ ਕਰੇ, ਤੇ ਆਪਣੇ ਕਹਿੰਦੇ ਹੰਕਾਰ ਨੂੰ ਖਤਮ ਕਰ ਦੇਵੇਂ। ਕਹਿੰਦੇ ਆਪ ਵੀ ਪਰਮੇਸ਼ਰ ਨੂੰ ਕਹਿੰਦੇ ਮੰਨੇ, ਤੇ ਆਪਾਂ ਜਾਣ ਲਵੇਂ। ਕਹਿੰਦੇ ਦੂਸਰਿਆਂ ਵਿੱਚ ਵਸਦੇ ਪਰਮੇਸ਼ਰ ਨੂੰ ਵੀ ਸਮਝ ਲਏ, ਫਿਰ ਕਹਿੰਦੇ ਤੂੰ ਸਵਰਗ ਦਾ ਹੱਕਦਾਰ ਬਣ ਸਕਦਾ। ਮਾਟੀ ਏਕ ਭੇਖ ਧਰ ਨਾਨਾ, ਤਾਂ ਮਹਿ ਬ੍ਰਹਮ ਪਛਾਨਾ। ਕਹੇ ਕਬੀਰ ਪਿਸਤ ਛੋੜ ਕਰ, ਦੋਜਕ ਸਿਉ ਮਨ ਮਾਨਾ। ਕਹਿੰਦੇ ਪਰ ਤੂੰ ਉਸ ਪਰਮੇਸ਼ਰ ਦੇ ਬਣਾਏ ਹੋਏ ਅਲੱਗ ਅਲੱਗ ਜੀਆਂ ਦੇ ਵਿੱਚ ਉਸ ਪਰਮੇਸ਼ਰ ਨੂੰ ਪਛਾਣ। ਕਹਿੰਦੇ ਪਰ ਕਹਿੰਦੇ ਜਿਸ ਤਰ੍ਹਾਂ ਦੇ ਮਾੜੇ ਕੰਮ ਤੂੰ ਕਰ ਰਿਹਾ, ਲੱਗਦਾ ਹੈ ਕਹਿੰਦੇ ਵੀ ਤੂੰ ਸਵਰਗ 'ਚ ਨਹੀਂ ਜਾਣਾ ਚਾਹੁੰਦਾ, ਵੀ ਤੇਰਾ ਨਰਕ 'ਚ ਜਾਣ ਦਾ ਮਨ ਬਣਿਆ ਹੋਇਆ। ਆਸਾ ਗਗਨ ਨਗਰ ਇੱਕ ਬੂੰਦ ਨ ਬਰਖੈ, ਨਾਦ ਕਹਾ ਜੋ ਸਮਾਨਾ। ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਰਮਹੰਸ ਲੈ ਸਿਧਾਨਾ। ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗ ਰਹਤੇ। ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਿਤੇ ਰਹਾਓ। ਹਾਂਜੀ ਸੰਗਤ ਜੀ, ਇਹ ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਵੀ ਸ਼ਾਇਦ ਕਿਸੇ ਜੋਗੀ ਦੇ ਅੰਤਮ ਯਾਤਰਾ 'ਤੇ ਸ਼ਾਇਦ ਕਬੀਰ ਜੀ ਨੇ ਇਹ ਬਾਣੀ ਉਚਾਰੀ ਲੱਗਦੀ ਹੈ, ਵੀ ਕਿਸੇ ਜੋਗੀ ਦੇ ਚਲਾਣਾ ਕਰ ਜਾਣ 'ਤੇ। ਕਹਿੰਦੇ ਜਿਵੇਂ ਜੋਗੀਆਂ 'ਚ ਕਹਿੰਦੇ ਨੇ ਨਾ ਕਿ ਵੀ ਉਹ ਜਦੋਂ ਆਪਣਾ ਧਿਆਨ ਧਾਰਦੇ ਨੇ, ਅੰਦਰ ਬੜਾ ਨਾਦ ਵੱਜਦਾ ਅਤੇ ਅੰਦਰ ਬੜੀ ਅੰਮ੍ਰਿਤ ਦੀ ਵਰਖਾ ਹੁੰਦੀ ਆ, ਫਿਰ ਉਹ ਕਹਿੰਦੇ ਨੇ ਵੀ ਹੁਣ ਕਿੱਥੇ ਗਿਆ ਸਾਰਾ ਕੁਛ। ਜਿਹੜਾ ਕਹਿੰਦੇ ਸੀ ਵੀ ਅੰਦਰ ਨਾਦ ਵੱਜ ਰਹੇ ਨੇ, ਅੰਮ੍ਰਿਤ ਦੀ ਵਰਖਾ ਹੋ ਰਹੀ ਆ, ਅਤੇ ਜਿਹੜੇ ਕਥਾ ਵਾਰਤਾ ਕਰਦੇ ਸੀ, ਜੋ ਅੰਦਰ ਚੀਜ਼ ਬੋਲ ਰਹੀ ਸੀ ਜੀਵ ਦੇ, ਜੋਗੀ ਦੇ, ਵੀ ਉਹ ਮਤਲਬ ਬੋਲਣ ਵਾਲੀ ਚੀਜ਼ ਜੋ ਸਭ ਕੁਛ ਕਰ ਰਹੀ ਸੀ, ਉਹ ਹੁਣ ਕਿੱਥੇ ਚਲੀ ਗਈ। ਉਹ ਕਹਿੰਦੇ ਹੁਣ ਜਿਹੜਾ ਪਰਮੇਸ਼ਰ ਆ, ਉਹ ਜਿਹੜੀ ਇਹ ਜੀਵ ਆਤਮਾ ਸੀ, ਉਹਨੂੰ ਲੈ ਕੇ ਕਿੱਥੇ ਚਲੇ ਗਿਆ। ਕਹਿੰਦੇ ਉਹ ਗੱਲ ਕਰ ਰਹੇ ਨੇ। ਬਜਾਵਨ ਹਾਰੋ ਕਹਾ ਗਇਓ, ਜਿਨ ਇਹ ਮੰਦਰ ਕੀਨਾ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਕਹਿੰਦੇ ਜਿਹਨੇ ਇਹ ਸਰੀਰ ਬਣਾਇਆ ਹੋਇਆ ਸੀ, ਵਿੱਚ ਬੋਲਦਾ ਸੀ, ਕਹਿੰਦੇ ਉਹ ਕਿੱਥੇ ਚਲੇ ਗਿਆ ਮਨ। ਕਹਿੰਦੇ ਉਹ ਕਹਿੰਦੇ ਜਿਹੜਾ ਸਭ ਕੁਛ ਸੁਰਤ ਜੁੜਦੀ ਸੀ, ਸਭ ਕਥਾ ਵਾਰਤਾ ਕਰਦੇ ਸੀ, ਉਹ ਕਹਿੰਦੇ ਜਿਹੜਾ ਸਾਰਾ ਅੰਦਰ ਸਰੀਰ ਦੇ ਵਿੱਚ
ਸਾਰੇ ਕਹਿੰਦੇ ਵੀ ਤੇਜ ਸੀ, ਜਿਹੜਾ ਬਲ ਸੀ ਵੀ ਉਹ ਹੁਣ ਕਿੱਥੇ ਪਰਮੇਸ਼ਰ ਨੇ ਖਿੱਚ ਲਿਆ। ਸਰਬਨਨ ਬਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਚਰਨ ਰਹੇ ਕਰ ਟਰਕ ਪਰੇ ਹੈ, ਮੁਖੋਂ ਨ ਨਿਕਸੈ ਬਾਤਾ। ਜਿਹੜੇ ਕਹਿੰਦੇ ਕੰਨ ਸੁਣਦੇ ਸੀ ਉਹ ਵੀ ਕਹਿੰਦੇ ਹੁਣ ਨਹੀਂ ਸੁਣ ਰਹੇ। ਸਾਰੇ ਸਰੀਰ ਦਾ ਕਹਿੰਦੇ ਸਾਰੀਆਂ ਇੰਦਰੀਆਂ ਦਾ ਬਲ ਖਤਮ ਹੋ ਗਿਆ। ਜਿਹੜੇ ਚਰਨ ਤੁਰਦੇ ਸੀਗੇ ਉਹ ਵੀ ਕਹਿੰਦੇ ਹੱਥ ਕਹਿੰਦੇ ਪੈਰ ਕੁਛ ਵੀ ਕਹਿੰਦੇ ਮੂੰਹ ਗੱਲਾਂ ਨਹੀਂ ਕਰ ਰਿਹਾ ਵੀ ਹੁਣ ਸਾਰੀ ਜਿਹੜੀ ਸ਼ਕਤੀ ਸੀ ਉਹ ਕਿੱਥੇ ਚਲੀ ਗਈ। ਥਾਕੇ ਪੰਜ ਦੂਤ ਸਭ ਤਸਕਰ, ਆਪ ਆਪਣੇ ਭ੍ਰਮ ਤੇ, ਥਾਕਾ ਮਨ ਕੁੰਚਰ ਉਰ ਥਾਕਾ, ਤੇਜ ਸੂਤ ਤਰ ਰਮ ਤੇ। ਫਿਰ ਕਹਿੰਦੇ ਜਿਹੜੇ ਪੰਜੇ ਕਾਮਾਦਿਕ ਵੈਰੀ ਸੀ ਸਾਰਿਆਂ ਨੇ ਜਿੱਦਾਂ ਮਾਇਆ ਦੀ ਭੱਜ ਦੌੜ ਵੱਲ ਭੱਜ ਰਹੇ ਸੀਗੇ, ਜਿਹੜਾ ਹਾਥੀ ਰੂਪ ਮਨ ਸੀ ਕਹਿੰਦੇ ਉਹ ਸਭ ਕਹਿੰਦੇ ਜਿਹੜਾ ਸ਼ਕਤੀ ਸੀਗੀ ਸਰੀਰ ਦੀ ਉਹ ਕਿੱਥੇ ਚਲੀ ਗਈ ਕਹਿੰਦੇ ਹੁਣ। ਮਿਰਤਕ ਭਏ ਦਸੇ ਬੰਦ ਛੂਟੈ, ਮਿੱਤਰ ਭਾਈ ਸਭ ਸ਼ੋਰੇ, ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੇ। ਕਹਿੰਦੇ ਹੁਣ ਸਰੀਰ ਦੇ ਜਿਹੜੇ ਦਸੇ ਇੰਦਰੇ ਸੀਗੇ ਉਹ ਮਤਲਬ ਕਿੱਥੇ ਚਲੇ ਗਏ ਕਹਿੰਦੇ। ਉਹਨਾਂ ਦੀ ਹੁਣ ਕਹਿੰਦੇ ਕੋਈ ਜਿੱਦਾਂ ਵਿਕਾਰਸ਼ੀਲਤਾ ਨਹੀਂ ਦਿਸਦੀ ਹੈਗੀ। ਸਾਰੇ ਆਪਣੇ ਜਿਹੜੇ ਕਹਿੰਦੇ ਸੀ ਗਿਆਨ ਇੰਦਰੇ ਸਭ ਕਹਿੰਦੇ ਸਾਥ ਛੱਡ ਗਏ ਨੇ। ਫਿਰ ਕਬੀਰ ਜੀ ਕਹਿੰਦੇ ਨੇ ਵੀ ਇਹ ਤਾਂ ਹੁਣ ਜਦੋਂ ਜੀਵ ਖਤਮ ਹੋ ਗਿਆ, ਜੀਵ ਦੇ ਵਿੱਚੋਂ ਜੀਵ ਆਤਮਾ ਨਿਕਲ ਗਿਆ, ਇਹ ਤਾਂ ਹੁਣ ਸਰੀਰ ਦਾ ਤਾਂ ਇਹ ਹਾਲ ਹੋਇਆ ਨਾ। ਪਰ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਧਿਆਉਂਦਾ ਉਹ ਕਹਿੰਦੇ ਜੀਵਤ ਬੰਧਨ ਤੋਰੇ। ਉਹ ਜਦੋਂ ਜੀਵ ਆਤਮਾ ਸਰੀਰ ਦੇ ਅੰਦਰ ਹੀ ਆ ਨਾ, ਉਹ ਉਦੋਂ ਹੀ ਇਹ ਸਾਰੀਆਂ ਚੀਜ਼ਾਂ ਤੋਂ ਵਿਸ਼ਰਾਮ ਕਰ ਲੈਂਦਾ, ਉਪਰਾਮਤਾ ਕਰ ਲੈਂਦਾ, ਉਹ ਜੀਵਤਿਆਂ ਮੁਕਤ ਹੋ ਜਾਂਦਾ। ਉਹ ਇੱਦਾਂ ਮਰਨ 'ਤੇ ਜਦੋਂ ਸਭ ਕੁਛ ਸਰੀਰ ਦਾ ਖਤਮ ਹੋ ਗਿਆ ਉਹ ਉਦੋਂ ਨਹੀਂ ਮਤਲਬ ਉਹਨੂੰ ਉਪਰਾਮਤਾ ਹੁੰਦੀ, ਉਹ ਜਿੰਦੇ ਜੀ ਉਹ ਉਪਰਾਮਤਾ ਕਰ ਲੈਂਦਾ ਹਰ ਇੱਕ ਮਾੜੇ ਕੰਮ ਤੋਂ। ਆਸਾ ਇੱਕ ਤੁਕੇ ਚਾਰ, ਸਰਪਨੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ, ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤਿਰ ਪਵਨ ਡਸੀਲੇ, ਗੁਰ ਪ੍ਰਸਾਦ ਡੀਠੀ। ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਇਸ ਸੰਸਾਰ ਦੇ ਵਿੱਚ ਕਹਿੰਦੇ ਮਾਇਆ ਸੱਪਣੀ ਤੋਂ ਉੱਪਰ ਜ਼ਿਆਦਾ ਬਲਵਾਨ ਕੋਈ ਨਹੀਂ ਹੈ। ਕਹਿੰਦੇ ਇਹਨੇ ਤਾਂ ਬ੍ਰਹਮਾ ਵਿਸ਼ਨ ਤੇ ਮਹਾਦੇਵ ਦੇਵਤਿਆਂ ਨੂੰ ਵੀ ਛਲ ਲਿਆ, ਉਹਨਾਂ ਨੂੰ ਵੀ ਨਹੀਂ ਛੱਡਿਆ ਕਹਿੰਦੇ। ਪਰ ਕਹਿੰਦੇ ਜਿਹੜੀ ਇਹ ਮਾਇਆ ਸਰਪਣੀ ਆ ਨਾ, ਜਦੋਂ ਸੰਗਤ ਵਿੱਚ ਜਾਈਦਾ ਨਾ ਫਿਰ ਇਹ ਬੜੀ ਸ਼ਾਂਤ ਹੋ ਜਾਂਦੀ ਆ। ਫਿਰ ਕਹਿੰਦੇ ਸੰਗਤ ਵਿੱਚ ਕਹਿੰਦੇ ਗੁਰੂ ਦੇ ਪ੍ਰਸ਼ਾਦ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਜਿਹਨੇ ਸਾਰੇ ਤਿੰਨਾਂ ਭਵਨਾਂ ਨੂੰ ਡੰਗਿਆ ਕਹਿੰਦੇ ਇਸ ਸਰਪਣੀ ਨੇ, ਇਹਦੀ ਅਸਲੀਅਤ ਗੁਰੂ ਦੀ ਸੰਗਤ ਵਿੱਚ ਸਮਝ ਆ ਜਾਂਦੀ ਆ। ਸਰਪਨੀ ਸਰਪਨੀ ਕਿਆ ਕਹੋ ਪਾਈ, ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਕਹਿੰਦੇ ਮਾਇਆ ਤੋਂ ਡਰਨ ਦੀ ਗੱਲ ਨਹੀਂ ਹੈ, ਜਿਹਨੇ ਉਸ ਸੱਚੇ ਨਾਲ ਪਛਾਣ ਪਾ ਲਈ ਆ ਉਹਨੇ ਕਹਿੰਦੇ ਇਸ ਮਾਇਆ ਨੂੰ ਕਾਬੂ 'ਚ ਕਰ ਲਿਆ। ਸਰਪਨੀ ਤੇ ਆਨ ਛੂਛ ਨਹੀਂ ਅਵਰਾ, ਸਰਪਨੀ ਜੀਤੀ ਕਹਾ ਕਰੈ ਜਮਰਾ। ਕਹਿੰਦੇ ਜਿਹੜੀ ਇਹ ਸਰਪਣੀ ਆ ਕਹਿੰਦੇ ਇਹਨੇ ਕਿਸੇ ਨੂੰ ਵੀ ਕਹਿੰਦੇ ਆਪਣੇ ਕਾਬੂ ਤੋਂ ਛੱਡਿਆ ਨਹੀਂ ਹੈ। ਪਰ ਕਹਿੰਦੇ ਜਿਸ ਨੇ ਇਸ ਮਾਇਆ 'ਤੇ ਕਾਬੂ ਕਰ ਲਿਆ, ਜਮ ਕਹਿੰਦੇ ਉਹਦਾ ਕੁਛ ਨਹੀਂ ਵਿਗਾੜ ਸਕਦਾ। ਉਹ ਫਿਰ ਆਵਾਗਮਨ 'ਚ ਨਹੀਂ ਆਉਂਦਾ ਜਿਹਨੇ ਇਸ ਮਾਇਆ ਦੇ ਉੱਪਰ ਕਾਬੂ ਕਰ ਲਿਆ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸ 'ਤੇ ਹੋਈ। ਇਹ ਬਸਤੀ ਤਾਂ ਬਸਤ ਸਰੀਰਾ, ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਕਹਿੰਦੇ ਜਿਹੜੀ ਇਹ ਸੱਪਣੀ ਆ ਇਹ ਵੀ ਉਸ ਪਰਮਾਤਮਾ ਨੇ ਬਣਾਈ ਹੋਈ ਆ। ਕਹਿੰਦੇ ਸੱਪਣੀ ਮਾਇਆ ਕਹਿੰਦੇ ਇਹਦੇ ਤੋਂ
ਹਾਰ ਜਾਣਾ ਜਾਂ ਜਿੱਤ ਜਾਣਾ ਇਹ ਵੀ ਪਰਮੇਸ਼ਰ ਦੇ ਹੱਥ ਵੱਸ ਆ ਜੀਵ ਲਈ। ਪਰਮੇਸ਼ਰ ਜਿਹਨੂੰ ਇਹਦੇ ਤੋਂ ਹਰਾ ਦਿੰਦਾ, ਜਿਹਨੂੰ ਇਹਦੇ ਤੋਂ ਜਿਤਾ ਦਿੰਦਾ ਜੀਵ ਨੂੰ। ਕਹਿੰਦੇ ਇਹ ਸੱਪਣੀ ਜਦੋਂ ਮਾਇਆ ਦੀ ਤਾਂਘ ਆ ਜੀਵ ਦੇ ਅੰਦਰ, ਤਾਂ ਹੀ ਤੱਕ ਕਹਿੰਦੇ ਫਿਰ ਸਰੀਰਾਂ ਦਾ ਜਨਮ ਹੁੰਦਾ ਆਵਾਗਮਨ। ਜਿਹਦੇ ਮਾਇਆ ਦੀ ਖਤਮ ਹੋ ਗਈ ਤ੍ਰਿਸ਼ਨਾ ਅੰਦਰੋਂ, ਉਹ ਫਿਰ ਜਨਮ ਵੀ ਨਹੀਂ ਹੁੰਦਾ ਹੈ। ਕਹਿੰਦੇ ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਬੀਰ ਜੀ ਨੇ ਤਾਂ ਅਡੋਲਤਾ ਦੇ ਵਿੱਚ ਇਸ ਸੰਸਾਰ ਸਾਗਰ ਨੂੰ ਤਰ ਲਿਆ। ਆਸਾ ਕਹਾ ਸੁਆਨ ਕੋ ਸਿਮਰਤ ਸੁਨਾਏ, ਕਹਾ ਸਾਕਤ ਪਹਿ ਹਰ ਗੁਣ ਗਾਏ। ਰਾਮ 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 ਰਮੇ ਰਮ ਰਹੀਐ, ਸਾਕਤ ਸਿਉ ਭੂਲ ਨਹੀਂ ਕਹੀਐ ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਨੇ ਇੱਕ ਕੁੱਤੇ ਨੂੰ ਕਿਸ ਤਰ੍ਹਾਂ ਆਪਾਂ ਸਿਮਰਤੀਆਂ ਦਾ ਪਾਠ ਸੁਣਾ ਸਕਦੇ ਹਾਂ। ਕਹਿੰਦੇ ਇਸ ਤਰ੍ਹਾਂ ਹੀ ਇੱਕ ਸਾਕਤ ਜੋ ਪਰਮੇਸ਼ਰ ਨੂੰ ਪ੍ਰੇਮ ਨਹੀਂ ਕਰਦਾ, ਉਹਨੂੰ ਕਿਉਂ ਪਰਮੇਸ਼ਰ ਦੇ ਗੁਣ ਸੁਣਾਉਣੇ ਨੇ। ਕਹਿੰਦੇ ਪਰਮੇਸ਼ਰ ਦਾ ਸਿਮਰਨ ਕਰਦੇ ਰਹੀਏ, ਪਰਮੇਸ਼ਰ ਦਾ ਨਾਮ ਜਪਦੇ ਰਹੀਏ, ਪਰ ਇਹ ਗੱਲ ਪਰਮੇਸ਼ਰ ਨੂੰ ਜੋ ਪ੍ਰੇਮ ਨਹੀਂ ਕਰਦਾ ਉਹਨੂੰ ਬਿਲਕੁਲ ਵੀ ਨਾ ਕਹੀਏ, ਕਿਉਂਕਿ ਉਹਨੇ ਗੱਲ ਸੁਣਨੀ ਨਹੀਂ। ਕਊਆ ਕਹਾ ਕਪੂਰ ਚਰਾਏ, ਕਹਿ ਬਿਸੀਰ ਕੋ ਦੂਧ ਪਿਆਏ। ਕਹਿੰਦੇ ਜਿਵੇਂ ਕਾਂ ਹੈਗਾ ਗੰਦਗੀ ਖਾਦਾ, ਕਹਿੰਦੇ ਉਹਨੂੰ ਕਿੱਥੇ ਕਪੂਰ ਖਿਲਾਇਆ ਜਾ ਸਕਦਾ। ਕਹਿੰਦੇ ਜੇ ਸੱਪ ਨੂੰ ਦੁੱਧ ਵੀ ਪਿਲਾਈਏ ਤਾਂ ਵੀ ਉਹ ਡੰਗ ਮਾਰਨ ਤੋਂ ਨਹੀਂ ਰਹਿੰਦਾ ਹੈਗਾ, ਆਪਣਾ ਸੁਭਾਅ ਨਹੀਂ ਛੱਡਦਾ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਕਹਿੰਦੇ ਜਿਹੜੇ ਜੀਵ ਦੀ ਸਤ ਸੰਗਤ ਦੇ ਵਿੱਚ ਬੁੱਧੀ ਵਿਵੇਕ ਵਾਲੀ ਹੋ ਜਾਂਦੀ ਹੈ, ਚੰਗੇ ਮੰਦੇ ਦੀ ਪਹਿਚਾਣ ਕਰਨ ਵਾਲੀ ਹੋ ਜਾਂਦੀ ਆ, ਉਹ ਤੇ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਲੋਹੇ ਨੂੰ ਪਾਰਸ ਛੁਆ ਦਈਏ ਤਾਂ ਉਹ ਸੋਨਾ ਬਣ ਜਾਂਦਾ। ਸਾਕਤ ਸੁਆਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਕਹਿੰਦੇ ਭਾਈ ਫਿਰ ਜੀਵ ਦੇ ਵੀ ਕੀ ਬਸ ਹੈਗੀ ਆ, ਕੋਈ ਸਾਕਤ ਬਣਦਾ, ਕੋਈ ਸੁਆਨ ਬਣਦਾ। ਇਹ ਕਹਿੰਦੇ ਜੋ ਪੂਰਵਲੇ ਕਰਮਾਂ ਦੇ ਅਨੁਸਾਰ ਪਰਮੇਸ਼ਰ ਨੇ ਲੇਖ ਲਿਖੇ ਨੇ, ਉਹਨਾਂ ਦੇ ਅਨੁਸਾਰ ਹੀ ਜੀਵ ਇਸ ਜਨਮ ਦੇ ਵਿੱਚ ਕਰਮ ਕਰ ਰਹੇ ਨੇ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਆਈ। ਕਬੀਰ ਜੀ ਕਹਿੰਦੇ ਨੇ ਵੀ ਜੇ ਕੋਈ ਨਿੰਮ ਦੇ ਬੂਟੇ ਨੂੰ ਅੰਮ੍ਰਿਤ ਦੀ ਸਿੰਚਾਈ ਵੀ ਰੋਜ਼ ਕਰੇ ਤਾਂ ਵੀ ਕਹਿੰਦੇ ਨਿੰਮ ਆਪਣਾ ਸੁਭਾਅ ਛੱਡ ਕੇ ਮਿੱਠੀ ਨਹੀਂ ਹੁੰਦੀ ਹੈਗੀ। ਹਰ ਇੱਕ ਦਾ ਸੁਭਾਅ ਜੋ ਬਣਿਆ ਉਹੀ ਬਣਿਆ ਰਹਿੰਦਾ, ਸੁਭਾਅ ਨਹੀਂ ਬਦਲ ਸਕਦੇ ਅਸੀਂ, ਪਰਮੇਸ਼ਰ ਹੀ ਬਦਲੇ ਕਿਸੇ ਦਾ ਬਦਲੇ। ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਨ ਕਰ ਖਬਰ ਨਾ ਪਾਈ। ਕਿਆ ਮਾਂਗੂ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ ਰਹਾਓ। ਕਹਿੰਦੇ ਉਹ ਰਾਵਣ, ਕਹਿੰਦੇ ਜਿਹਦਾ ਲੰਕਾ ਵਰਗਾ ਕੋਟ ਸੀਗਾ, ਕਿਲਾ ਸੀਗਾ, ਤੇ ਉਸ ਕਿਲੇ ਦੇ ਆਲੇ ਦੁਆਲੇ ਸਮੁੰਦਰ ਵਾਂਗੂ ਵੱਡੀ ਖਾਈ ਸੀ ਉਹਦੀ ਰੱਖਿਆ ਕਰਨ ਦੇ ਲਈ। ਕਹਿੰਦੇ ਹੁਣ ਉਹ ਰਾਵਣ ਕਿੱਥੇ ਚਲੇ ਗਿਆ, ਉਹਦੀ ਕੋਈ ਖਬਰ ਨਹੀਂ ਸੁਣਦੀ ਹੈਗੀ। ਕਹਿੰਦੇ ਪਰਮੇਸ਼ਰ ਤੋਂ ਕੀ ਮੰਗੀਏ, ਕੋਈ ਚੀਜ਼ ਸਥਾਈ ਰਹਿਣ ਵਾਲੀ ਹੈ ਹੀ ਨਹੀਂ। ਕਹਿੰਦੇ ਦੇਖਦਿਆਂ ਦੇਖਦਿਆਂ ਜੱਗ ਤੁਰਿਆ ਜਾ ਰਿਹਾ ਹੈ, ਜੀਵ ਚੱਲੇ ਜਾ ਰਹੇ ਨੇ, ਸੰਸਾਰ ਖਤਮ ਹੋ ਰਿਹਾ ਹੈ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਨ ਕਰ ਦਿਆ ਨ ਬਾਤੀ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕਪਰੇ ਤੋਈ। ਗੁਰਮਤਿ ਰਾਮੈ ਨਾਮ ਬਸਾਈ, ਅਸਤਰ ਰਹੇ ਨਕਤ ਹੋਂ ਜਾਈ। ਕਹਿੰਦੇ ਕਿਸੇ ਛੋਟੇ ਮੋਟੇ ਦੀ ਤਾਂ ਕੀ ਗੱਲ ਕਰਨੀ ਆ, ਉਹ ਰਾਵਣ ਜੀ ਦੇ ਕਹਿੰਦੇ 1 ਲੱਖ ਪੁੱਤ ਸੀ ਤੇ 1.25 ਲੱਖ ਪੋਤਰਾ ਸੀ। ਕਹਿੰਦੇ ਉਹਦੇ ਘਰ ਕਹਿੰਦੇ ਉਹਦੇ ਘਰ ਦਾ ਕੋਈ ਚਿਰਾਗ ਨਹੀਂ ਰਹਿ ਗਿਆ, ਕੋਈ ਘਰ 'ਚ ਕੋਈ ਬੱਤੀ ਦੀਵਾ ਕੁਛ ਨਹੀਂ ਕਹਿੰਦੇ ਹੁਣ ਦਿਸਦਾ। ਕਹਿੰਦੇ ਉਹ ਰਾਵਣ ਜਿਹਦੇ ਘਰ
ਦੀ ਰਸੋਈ ਜਿਹਨੇ ਮਾਨੋ ਚੰਦਰਮਾ ਤੇ ਸੂਰਜ ਚਲਾ ਰਹੇ ਸੀ ਕਿ ਦਿਨ ਰਾਤ ਉਹਦੇ ਘਰ ਰਸੋਈ 'ਚ ਭੋਜਨ ਪੱਕਦਾ ਸੀ, ਕਿਉਂਕਿ ਪਰਿਵਾਰ ਇੰਨਾ ਵੱਡਾ ਸੀਗਾ। ਅੱਗ ਹਰ ਵਕਤ ਬਲਦੀ ਸੀ ਉਹਨਾਂ ਦੇ ਕੱਪੜੇ ਧੋਣ ਦੇ ਲਈ, ਅਤੇ ਮਤਲਬ ਇੰਨਾ ਸੀਗਾ ਮਤਲਬ ਕੰਮ ਵੀ ਦਿਨੇ ਰਾਤ ਉਹਦੇ ਘਰ ਦਾ ਕੰਮ ਨਹੀਂ ਸੀ ਖਤਮ ਹੁੰਦਾ, ਵੀ ਐਡਾ ਵੱਡਾ ਪਰਿਵਾਰ ਸੀ। ਅਤੇ ਹੁਣ ਕੁਛ ਵੀ ਨਹੀਂ ਹੈ। ਕਹਿੰਦੇ ਵੀ ਇਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਸਥਾਈ ਕੁਛ ਨਹੀਂ। ਗੁਰੂ ਦੀ ਮੱਤ ਲੈ ਕੇ ਸਿਰਫ ਪਰਮੇਸ਼ਰ ਦਾ ਨਾਮ ਜਪੋ, ਅਸਤਰ ਰਹੇ ਨ ਕਥੋਂ ਜਾਹੀ। ਉਸ ਪਰਮੇਸ਼ਰ ਦਾ ਨਾਮ ਹੀ ਹੈ ਜੋ ਸਦਾ ਦਾ ਸਥਾਈ ਹੈ, ਰਹਿਣ ਵਾਲਾ ਹੈ, ਹੋਰ ਸਭ ਕੁਛ ਚੱਲਣਹਾਰ ਹੈ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਫਿਰ ਕਬੀਰ ਜੀ ਕਹਿੰਦੇ ਨੇ, ਹੇ ਜਗਤ ਦੇ ਲੋਕੋ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵਨ ਦੇ ਵਿੱਚ ਖਲਾਸੀ ਨਹੀਂ ਪਾ ਸਕਦੇ, ਵਿਕਾਰਾਂ ਤੋਂ, ਮਾਇਆ ਤੋਂ, ਕਿਸੇ ਵੀ ਜੰਜਾਲ ਤੋਂ। ਆਸਾ ਪਹਿਲਾ ਪੂਤ ਪਿਸ਼ੇਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭੋ ਸੁਨੋ ਤੁਮ ਪਾਈ, ਦੇਖਤ ਸਿੰਘ ਚਰਾਵਤ ਗਾਈ। ਰਹਾਓ। ਹਾਂਜੀ ਸੰਗਤ ਜੀ, ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਜੀਵ ਦਾ ਜਿਹੜਾ ਮਨ ਹੈ, ਜੀਵ ਪਰਮਾਤਮਾ ਦੀ ਅੰਸ਼ ਹੈ। ਪਹਿਲਾਂ ਤਾਂ ਕਹਿੰਦੇ ਫਿਰ ਜੀਵ ਦਾ ਮਨ ਹੋਇਆ ਨਾ, ਬਾਅਦ ਦੇ ਵਿੱਚ ਫਿਰ ਇਸ ਮਨ ਨੂੰ ਮਾਇਆ ਦੀ ਛਾਪ ਪੜ ਗਈ। ਕਹਿੰਦੇ ਇਹ ਤਾਂ ਇਸ ਤਰ੍ਹਾਂ ਹੋ ਗਿਆ ਜਿਵੇਂ ਮਨ ਗੁਰੂ ਹੋਇਆ ਅਤੇ ਜਿਹੜੇ ਚੇਲੇ ਨੇ ਉਹ ਹੋਏ ਗਿਆਨ ਇੰਦਰੇ, ਪਰ ਕਹਿੰਦੇ ਮਨ ਚੇਲਿਆਂ ਦੇ ਪਿੱਛੇ ਲੱਗਿਆ ਫਿਰਦਾ। ਕਹਿੰਦੇ ਇੱਕ ਅਚੰਭੇ ਵਾਲੀ ਗੱਲ ਹੈ ਇਹ। ਕਹਿੰਦੇ ਦੇਖੋ ਸਿੰਘ, ਕਹਿੰਦੇ ਜਿਵੇਂ ਜਦੋਂ ਜੀਵ ਦਾ ਜਿਹੜਾ ਮਨ ਹੈ ਸਿੰਘ ਹੈ ਇੱਕ ਤਰ੍ਹਾਂ, ਕਹਿੰਦੇ ਪਰ ਇਹ ਜਿਹੜੀਆਂ ਗਿਆਨ ਇੰਦਰੀਆਂ ਨੇ ਉਹਨਾਂ ਦੇ ਪਿੱਛੇ ਭੱਜਿਆ ਫਿਰਦਾ। ਜਲ ਕੀ ਮਛਲੀ ਤਰਵਰ ਵਿਆਈ, ਦੇਖਤ ਕੁਤਰਾ ਲੈ ਗਈ ਬਿਲਾਈ। ਕਹਿੰਦੇ ਜਿਹੜੀ ਮੱਛਲੀ ਹੈਗੀ ਆ ਉਸ ਤਰ੍ਹਾਂ ਤੇ ਉਹ ਪਾਣੀ 'ਚੋਂ ਨਿਕਲਦੀ ਨਹੀਂ ਹੈਗੀ, ਪਰ ਉਲਟੀ ਗੱਲ ਹੈਗੀ ਹੈ ਕਿ ਮੱਛਲੀ ਨੇ ਜਾ ਕੇ ਬੱਚੇ ਦਰੱਖਤ 'ਤੇ ਦਿੱਤੇ ਨੇ। ਇਹ ਤਾਂ ਕਹਿੰਦੇ ਇਸ ਤਰ੍ਹਾਂ ਹੋ ਗਿਆ, ਦੇਖਤ ਕੁਤਰਾ ਲੈ ਗਈ ਬਿਲਾਈ। ਜਿਵੇਂ ਕਹਿੰਦੇ ਜੀਵ ਦਾ ਜਿਹੜਾ ਸੰਤੋਖ ਸੀਗਾ ਉਹਨੂੰ ਤ੍ਰਿਸ਼ਨਾ ਨੇ ਖਤਮ ਕਰ ਦਿੱਤਾ। ਤਲੇ ਰੇ ਬੈਸਾ ਉਪਰ ਸੂਲਾ, ਤਿਸਕੇ ਪੇੜ ਲੱਗੈ ਫਲ ਫੂਲਾ। ਫਿਰ ਕਹਿੰਦੇ ਜਿਵੇਂ ਸਭ ਕੁਛ ਜਦੋਂ ਜੀਵ ਦਾ ਕਹਿੰਦੇ ਮਨ ਹੈ ਉਹ ਪਰਮੇਸ਼ਰ ਵੱਲ ਨਾ ਲੱਗ ਕੇ ਉਹਦੇ ਗਿਆਨ ਇੰਦਰੀਆਂ ਵੱਲ ਦੇ ਵਸ ਹੋ ਜਾਂਦਾ, ਫਿਰ ਸਭ ਕੁਛ ਉਲਟ ਹੁੰਦਾ। ਜਿਵੇਂ ਕਹਿੰਦੇ ਜਿਹੜਾ ਦਰੱਖਤ ਹੈ ਉਹਦੇ ਮੰਨੋ ਜਿਹੜੀਆਂ ਸ਼ਾਖਾ ਨੇ ਉਹ ਹੇਠਾਂ ਨੇ ਅਤੇ ਉਹਦੀਆਂ ਜਿਵੇਂ ਜੜ੍ਹਾਂ ਉੱਪਰ ਹੋ ਗਈਆਂ ਹੋਣ। ਤਿਸਕੈ ਪੇੜ ਲੱਗੇ ਫਲ ਫੂਲਾ। ਫਿਰ ਕਹਿੰਦੇ ਜਿਹੜਾ ਮੋਢਾ ਦਰੱਖਤ ਦਾ ਉਹਨੂੰ ਜਿਵੇਂ ਫਲ ਅਤੇ ਫੁੱਲ ਲੱਗਦੇ ਹੋਣ। ਘੋੜੇ ਚਰ ਭੈਸ ਜਰਾਵਨ ਜਾਈ, ਘੋੜੇ ਚਰ ਭੈਸ ਚਰਾਵਨ ਜਾਈ, ਬਾਹਰ ਬੈਲ ਗੋਨ ਕਰ ਆਈ। ਫਿਰ ਕਹਿੰਦੇ ਜਿਹੜਾ ਮਨ ਰੂਪੀ ਘੋੜਾ ਉਹਦੇ ਉੱਪਰ ਭੈਸ ਰੂਪੀ ਤ੍ਰਿਸ਼ਨਾ ਚੜ੍ਹ ਕੇ ਜੀਵ ਨੂੰ ਭਜਾਈ ਫਿਰਦੀ ਆ। ਕਹਿੰਦੇ ਜਿਹੜਾ ਜੀਵ ਦਾ ਧੀਰਜ ਵਾਲਾ ਸੁਭਾਅ ਹੈਗਾ ਉਹ ਖਤਮ ਹੋ ਜਾਂਦਾ ਜਦੋਂ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤਿਸ ਸਭ ਕਿਛ ਸੂਝੈ। ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤਿਸ ਸਭ ਕਿਛ ਸੂਝੈ। ਕਹਿੰਦੇ ਜਦੋਂ ਜੀਵ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਤਾਂ ਉਹਨਾਂ ਨੂੰ ਸਾਰੀਆਂ ਇਹ ਰਮਜ਼ ਵਾਲੀਆਂ ਗੱਲਾਂ ਸਮਝ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜੀਵ ਦੇ ਔਗਣ ਖਤਮ ਹੁੰਦੇ ਨੇ, ਜੀਵ ਦਾ ਜਿਹੜਾ ਮਨ ਚੰਚਲ ਹੈ ਉਹਦੇ ਤੋਂ ਸਥਿਰ ਹੋ ਜਾਂਦਾ। ਅਤੇ ਇਹ ਸਾਰੀ ਜਿਹੜੀ ਜੀਵਨ ਦੀ ਬੁਝਾਰਤ ਹੈ ਇਹ ਜੀਵ ਤਾਂ ਹੀ ਬੁੱਝ ਸਕਦੇ ਨੇ ਜਦੋਂ ਜੀਵ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ।
ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ, ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।